ਇਕ ਓੰਕਾਰ ਸਤਿ ਗੁਰ ਪ੍ਰਸਾਦ। ਰਾਗ ਆਸਾ ਮਹਿਲਾ ਨੌਵਾਂ। ਬਿਰਥਾ ਕਹਉ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸਹੂੰ ਦਿਸ਼ ਧਾਵਤ। ਆਸਾ ਲਾਗਿਓ ਧਨ ਕੀ, ਰਹਾਉ ਸੁਖ ਕੈ ਹੇਤ ਬਹੁਤ ਦੁਖ ਪਾਵਤ। ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸੁਆਨ ਜਿਉ ਡੋਲਤ। ਨਹ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਥ ਖੋਵਤ। ਲਾਜ ਨਾ ਲੋਕ ਹਸਨ ਕੀ, ਨਾਨਕ ਹਰਿ ਜਸ ਕਿਉ ਨਹੀਂ ਗਾਵਤ। ਕੁਮਤ ਬਿਨਾਸੈ ਤਨ ਕੀ, ਮਾਨਸ ਜਨਮ ਅਕਾਰਥ ਖੋਵਤ। ਲਾਜ ਨਾ ਲੋਕ ਹਸਨ ਕੀ, ਨਾਨਕ ਹਰਿ ਜਸ ਕਿਉ ਨਹੀਂ ਗਾਵਤ। ਕੁਮਤ ਬਿਨਾਸੈ ਤਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਬੜੇ ਹੀ ਅਦਬ ਸਹਿਤ ਜੁੜ ਬੈਠੇ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਫਤਿਹ ਟੀਵੀ ਦੁਆਰਾ ਸਿੱਧੇ ਪ੍ਰਸਾਰਨ ਦੇ ਰਾਹੀਂ ਸਤਿਗੁਰਾਂ ਦੀ ਪਵਿੱਤਰ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਗੁਰੂ ਸਵਾਰਿਓ, ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾਲਤਾ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਅੰਮ੍ਰਿਤ ਵੇਲੇ ਆਪਾਂ ਸਭ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਅੱਜ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਸਮੁੱਚੇ ਹੀ ਵਿਸ਼ਵ ਦੇ ਅੰਦਰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਆਓ ਸਾਧ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ ਮਹਾਨ ਪਰ ਉਪਕਾਰੀ ਜੀਵਨ ਅਤੇ ਉਹਨਾਂ ਦੀ ਪਾਵਨ ਬਾਣੀ, ਉਹਦੇ ਵਿੱਚੋਂ ਆਪਾਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨੂੰ ਸਮਝਣ ਦਾ ਯਤਨ ਕਰਾਂਗੇ। ਆਓ ਕਿਰਪਾ ਕਰੋ ਸਮੁੱਚੀਆਂ ਸੰਗਤਾਂ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਕੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਰਸਨਾ ਪਵਿੱਤਰ ਕਰਨ ਲਈ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 9ਵੇਂ ਪਾਤਸ਼ਾਹ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਬੜੇ ਸ਼ਰਧਾ ਸਹਿਤ ਆਪਾਂ ਮਨਾ ਰਹੇ ਹਾਂ। ਤੇ ਭਾਈ ਗੁਰਦਾਸ ਜੀ ਆਪਣੀ ਰਚਨਾ ਦੇ ਵਿੱਚ ਉਹਨਾਂ ਗੁਰਸਿੱਖਾਂ ਤੋਂ ਬਲਿਹਾਰੇ ਜਾਂਦੇ ਨੇ ਜਿਹੜੇ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂਆਂ ਦਾ ਪੁਰਬ ਮਨਾਉਂਦੇ ਨੇ। ਪੁਰਬ ਤੋਂ ਭਾਵ ਹੈ ਗੁਰੂਆਂ ਦਾ ਜਸ ਕਰਨਾ, ਵਡਿਆਈ ਕਰਨੀ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਤੇ ਸਾਧ ਸੰਗਤ ਪੁਰਬ ਦਾ ਅਰਥ ਹੈ ਜਸ ਕਰਨਾ, ਵਡਿਆਈ ਕਰਨੀ। ਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ ਆਪਾਂ ਪਾਵਨ ਜੀਵਨ ਇਤਿਹਾਸ ਪੜ੍ਹਦੇ ਹਾਂ ਤੇ ਇੰਨੀਆਂ ਰਹਿਮਤਾਂ, ਇੰਨੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਨੇ ਮਨੁੱਖਤਾ ਦੇ ਉੱਪਰ ਕੀਤੀਆਂ ਨੇ ਜਿਨ੍ਹਾਂ ਦਾ ਕੋਈ ਲੇਖਾ ਜੋਖਾ ਹੋ ਨਹੀਂ ਸਕਦਾ। ਜਨਮ ਤੋਂ ਲੈ ਕਰਕੇ ਜੋਤੀ ਜੋਤ ਸਮਾਉਣ ਤੱਕ ਗੁਰੂ ਪਾਤਸ਼ਾਹ ਦਾ ਸਮੁੱਚਾ ਇਤਿਹਾਸ ਪੜ੍ਹੀਏ ਤੇ ਹੈਰਾਨ ਹੋ ਜਾਈਦਾ ਹੈ ਕਿ ਇੰਨੇ ਵੱਡੇ ਪਰ ਉਪਕਾਰੀ ਕਰਮ ਮੇਰੇ ਸਤਿਗੁਰੂ ਜੀ ਨੇ ਇਸ ਮਨੁੱਖਤਾ ਦੇ ਉੱਪਰ ਕੀਤੇ। ਆਪਣਾ ਇੱਕ ਇੱਕ ਸਵਾਸ, ਇੱਕ ਇੱਕ ਜ਼ਿੰਦਗੀ ਦਾ ਪਲ ਜਿਹੜਾ ਹੈ ਇਸ ਲੁਕਾਈ ਦੀ ਸੇਵਾ ਦੇ ਅੰਦਰ, ਮਨੁੱਖਤਾ ਦੀ ਸੇਵਾ ਦੇ ਅੰਦਰ, ਮਨੁੱਖਤਾ ਦੇ ਰਾਹ ਦਸੇਰੇ ਬਣ ਕੇ ਸਤਿਗੁਰਾਂ ਨੇ ਬਤੀਤ ਕੀਤਾ ਹੈ। ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ, ਪਾਵਨ ਸਥਾਨ ਗੁਰੂ ਕੇ ਮਹਿਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ, ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਸੰਨ 1621 ਦੇ ਵਿੱਚ ਹੁੰਦਾ ਹੈ। ਸੰਨ 1621 ਅਤੇ ਅੱਜ ਆਪਾਂ 2021 ਦੇ ਅੰਦਰ ਸਤਿਗੁਰਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਸਾਧ ਸੰਗਤ ਮਨਾ ਰਹੇ ਹਾਂ। ਜਿਸ ਵੇਲੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਹਰਮੰਦਰ ਸਾਹਿਬ ਦੇ ਅੰਦਰ ਬਿਰਾਜਮਾਨ ਨੇ। ਸੰਗਤਾਂ ਦਰਸ਼ਨ ਦੀਦਾਰ ਕਰ ਰਹੀਆਂ ਨੇ ਤੇ ਆਸਾ ਕੀ ਵਾਰ ਦਾ ਕੀਰਤਨ ਜਿਹੜਾ ਹੈ ਉਹਦੀ ਜਿਸ ਵੇਲੇ ਸਮਾਪਤੀ ਹੋਈ ਤੇ ਸਮੁੱਚੀ ਸੰਗਤ ਗੁਰੂ ਸਾਹਿਬ ਜੀ ਨੂੰ ਆ ਕੇ ਵਧਾਈਆਂ ਦੇਣ ਲੱਗੀ ਕਿ ਆਪ ਜੀ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਏ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮੁੱਚੀ ਸੰਗਤ ਵਧਾਈਆਂ ਦੇ ਰਹੀ ਹੈ ਤੇ ਸਤਿਗੁਰੂ ਦੀ ਸ਼ੋਭਾ ਵੀ ਕਰ ਰਹੀ ਹੈ, ਕਿਉਂਕਿ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਸ਼ੋਭਾ ਹੋਵੇ ਵੀ ਕਿਉਂ ਨਾ, ਕਿਉਂਕਿ ਉਹ ਕੁਲ ਜਿਹੜੀ ਹੈ, ਧਨ ਹੈ, ਉਹ ਪਿਤਾ ਨੂੰ ਵੀ ਸਤਿਗੁਰਾਂ ਨੇ ਬਾਣੀ ਵਿੱਚ ਧਨ ਆਖਿਆ ਤੇ ਉਸ ਮਾਤਾ ਨੂੰ ਵੀ ਧਨ ਆਖਿਆ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਤੇ ਐਸੇ ਮਹਾਨ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਨੇ ਸਮੁੱਚੀ ਸ੍ਰਿਸ਼ਟੀ ਦੀ ਪੱਤ ਢੱਕ ਲਈ ਆਪਣੇ ਤਨ ਦੇ ਨਾਲ, ਆਪਣੇ ਤਨ ਦਾ ਠੀਕਰਾ ਤੋੜ ਕੇ ਸਮੁੱਚੀ ਸ੍ਰਿਸ਼ਟੀ ਦੀ ਜਿਨ੍ਹਾਂ ਨੇ ਪੱਤ ਢੱਕੀ, ਐਸੇ ਮਹਾਨ ਸਤਿਗੁਰਾਂ ਦਾ ਜਦੋਂ ਪ੍ਰਕਾਸ਼ ਹੋਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੰਗਤਾਂ ਵਧਾਈਆਂ ਦਿੰਦੀਆਂ ਨੇ ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਹਜ਼ੂਰ ਸੱਚੇ ਪਾਤਸ਼ਾਹ ਜੀ ਗੁਰੂ ਕੇ ਮਹਿਲ ਸਥਾਨ ਤੇ ਪਹੁੰਚਦੇ ਨੇ। ਸਾਹਿਬਜ਼ਾਦਾ ਜੀ ਨੂੰ ਆਪ ਆਪਣੇ ਹੱਥਾਂ ਵਿੱਚ ਲੈਂਦੇ ਨੇ ਤੇ ਨਮਸਕਾਰ ਕਰਦੇ ਨੇ। ਇਤਿਹਾਸਕਾਰ ਕਹਿੰਦੇ ਨੇ ਜਿੰਨੀਆਂ ਵੀ ਸੰਗਤਾਂ ਦੇਖਣ ਵਾਲੀਆਂ ਸਨ
ਉਹਨਾਂ ਨੇ ਜਦੋਂ ਵੇਖਿਆ ਕਿ ਮਹਾਰਾਜ ਨੇ ਆਪ ਸਾਹਿਬਜ਼ਾਦਾ ਜੀ ਨੂੰ ਨਮਸਕਾਰ ਕੀਤੀ ਹੈ, ਕਹਿੰਦੇ ਕੁਝ ਸੰਗਤਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਗੁਰੂ ਜੀ ਨਮਸਕਾਰ ਕਰ ਰਹੇ ਨੇ ਸਾਹਿਬਜ਼ਾਦਾ ਜੀ ਨੂੰ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਸੰਗਤਾਂ ਦੇ ਸ਼ੰਕੇ ਨਿਵਰਤ ਕਰਨ ਦੇ ਲਈ ਉਸ ਵੇਲੇ ਬਚਨ ਕਰਦੇ ਨੇ ਕਿ ਸਾਹਿਬਜ਼ਾਦਾ, ਇਹ ਬਾਲਕ ਜੋ ਸਾਡੇ ਘਰ ਜਨਮਿਆ ਹੈ ਇਹ ਕੋਈ ਆਮ ਨਹੀਂ ਹੈ, ਇਹ ਸਧਾਰਨ ਬਾਲਕ ਨਹੀਂ ਹੈ, ਇਹ ਬਹੁਤ ਵੱਡੀ ਅਜ਼ਮਤ ਵਾਲੇ, ਬਹੁਤ ਵੱਡੀਆਂ ਬਖਸ਼ਿਸ਼ਾਂ ਵਾਲੇ ਹਨ ਤੇ ਸਮਾਂ ਆਉਣ ਤੇ ਸੰਸਾਰ ਦੇ ਅੰਦਰ ਆਪਣੀ ਅਜ਼ਮਤ ਨੂੰ ਇਹ ਪ੍ਰਗਟ ਵੀ ਕਰਨਗੇ। ਐਸੀ ਕਿਰਪਾ ਸਤਿਗੁਰੂ ਪਾਤਸ਼ਾਹ ਨੇ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਤਿਗੁਰਾਂ ਦਾ ਨਾਮ ਜਿਹੜਾ ਬਚਪਨ ਦੇ ਅੰਦਰ ਤਿਆਗ ਮੱਲ ਰੱਖਿਆ ਗਿਆ। ਗੁਰੂ ਸਾਹਿਬ ਜੀ ਦੇ ਵੱਡੇ ਭਰਾਤਾ ਹਨ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜ ਮੱਲ ਜੀ। ਇੱਕ ਭੈਣ ਹੈ ਬੀਬੀ ਵੀਰੋ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਭਨਾਂ ਤੋਂ ਛੋਟੇ ਨੇ, ਨਾਮ ਤਿਆਗ ਮੱਲ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਜੇ ਬਚਪਨ ਆਪਾਂ ਵੇਖੀਏ, ਹਜੂਰ ਸੱਚੇ ਪਾਤਸ਼ਾਹ ਜੀ ਦਾ ਬਚਪਨ ਦੇ ਅੰਦਰ ਹੀ ਤਿਆਗ ਦੀ ਮੂਰਤ, ਵੈਰਾਗ ਦੀ ਮੂਰਤ, ਸਬਰ ਤੇ ਸ਼ੁਕਰ ਦੇ ਨਾਲ ਭਰੇ ਹੋਏ ਨੇ ਸਤਿਗੁਰੂ ਪਾਤਸ਼ਾਹ ਜੀ। ਜੇ ਬਚਪਨ ਦੇ ਕੌਤਕ ਮਹਾਰਾਜ ਦੇ ਆਪਾਂ ਵੇਖਾਂਗੇ ਤੇ ਬਚਪਨ ਦੇ ਕੌਤਕਾਂ ਦੇ ਵਿੱਚੋਂ ਇੱਕ ਬੜੀ ਪਿਆਰੀ ਗਾਥਾ ਸੱਚੇ ਪਾਤਸ਼ਾਹ ਜੀ ਦੀ ਆਪਾਂ ਬਹੁਤ ਵਾਰੀ ਸਰਵਣ ਕੀਤੀ ਹੈ। 5 ਕੁ ਸਾਲ ਦੀ ਉਮਰ ਹੈ ਹਜੂਰ ਸੱਚੇ ਪਾਤਸ਼ਾਹ ਦੀ, ਜਦੋਂ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋਇਆ। ਹੁਣ ਬਾਬਾ ਗੁਰਦਿੱਤਾ ਜੀ ਦਾ ਜਿਸ ਵੇਲੇ ਵਿਆਹ ਹੋਇਆ ਤੇ ਸਾਧ ਸੰਗਤ ਬਰਾਤ ਜਿਹੜੀ ਹੈ ਉਹ ਚੜ੍ਹਨ ਲੱਗੀ ਹੈ, ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ। ਤੇ ਜਦੋਂ ਬਰਾਤ ਚੜ੍ਹੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਦਾ ਅੱਜ ਵਿਆਹ ਹੈ ਤੇ ਬਰਾਤ ਦੀ ਸ਼ਾਨੋ ਸ਼ੌਕਤ ਵੇਖਿਆ ਹੀ ਬਣਦੀ ਸੀ। ਜਦੋਂ ਬਰਾਤ ਚੜ੍ਹ ਕੇ ਤੁਰਨ ਲੱਗੀ ਹੈ ਤੇ ਸੈਂਕੜੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਨੇ ਇਹ ਵੇਖਣ ਦੇ ਲਈ ਕਿ ਅੱਜ ਵੇਖੀਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਦਾ ਅੱਜ ਵਿਆਹ ਹੈ, ਬਰਾਤ ਚੜ੍ਹਨ ਲੱਗੀ ਹੈ। ਕਹਿੰਦੇ ਬਰਾਤ ਨੂੰ ਵੇਖਣ ਵਾਸਤੇ ਸੈਂਕੜੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਖੜੇ ਹੋਏ ਨੇ। ਇਹਨਾਂ ਲੋਕਾਂ ਦੇ ਅੰਦਰ ਇੱਕ ਛੋਟਾ ਜਿਹਾ ਬੱਚਾ ਜਿਹੜਾ ਭੀੜ ਦੇ ਪਿਛਲੇ ਪਾਸੇ ਖੜਾ ਹੋਇਆ ਤੇ ਅੱਗੇ ਆਉਣ ਦੀ ਹਿੰਮਤ ਨਹੀਂ ਕਰਦਾ। ਲੋਕਾਂ ਦੀ ਭੀੜ ਦੇ ਵਿੱਚੋਂ ਛੁਪ ਕੇ ਥੋੜਾ ਜਿਹਾ ਮੂੰਹ ਅਗਾਂਹ ਕਰਕੇ ਤੇ ਬਰਾਤ ਨੂੰ ਤੱਕਣ ਦਾ ਯਤਨ ਕਰਦਾ ਏ, ਪਰ ਅਗਾਂਹ ਨਹੀਂ ਆਉਂਦਾ। ਕਿਉਂਕਿ ਇਹਦੇ ਤਨ ਤੇ ਕੋਈ ਕੱਪੜਾ ਨਹੀਂ ਪਹਿਨਿਆ ਹੋਇਆ, ਨਗਨ ਅਵਸਥਾ ਦੇ ਵਿੱਚ ਹੈ। ਇਸ ਕਰਕੇ ਲੱਜਾ ਸ਼ਰਮ ਮਹਿਸੂਸ ਕਰਦਾ ਏ, ਅਗਾਂਹ ਨਹੀਂ ਹੋ ਰਿਹਾ। ਤੇ ਦਿਆਲੂ ਕਿਰਪਾਲੂ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਤਿਗੁਰਾਂ ਦੀ ਨਜ਼ਰ ਪੈ ਗਈ। ਬਾਲ ਅਵਸਥਾ ਵਿੱਚ ਨੇ ਸਤਿਗੁਰੂ, ਨਜ਼ਰ ਪੈ ਗਈ ਉਸ ਬਾਲਕ ਦੇ ਵੱਲ। ਤੇ ਜਦੋਂ ਕੀ ਵੇਖਿਆ, ਹਜੂਰ ਸੱਚੇ ਪਾਤਸ਼ਾਹ ਜੀ ਉਸ ਬਾਲਕ ਦੇ ਕੋਲ ਗਏ ਨੇ, ਆਪਣੇ ਤਨ ਤੇ ਪਾਈ ਹੋਈ ਕੀਮਤੀ ਪੁਸ਼ਾਕ ਲਾ ਕੇ ਉਸ ਬੱਚੇ ਦੇ ਗਲ ਪਾ ਦਿੱਤੀ। ਉਹਦੀ ਬਾਂਹ ਫੜ ਕੇ ਉਹਨੂੰ ਭੀੜ ਦੇ ਵਿੱਚੋਂ ਬਾਹਰ ਕੱਢ ਕੇ ਤੇ ਅੱਗੇ ਲਿਆ ਕੇ ਖੜਾ ਕੀਤਾ। ਕਹਿੰਦੇ ਆ ਇੱਥੇ ਖੜ ਕੇ ਵੇਖ, ਹੁਣ ਤੈਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੋਏਗੀ, ਤੇਰਾ ਤਨ ਜਿਹੜਾ ਢੱਕਿਆ ਗਿਆ ਏ। ਕਹਿੰਦੇ ਜਦੋਂ ਮਾਤਾ ਜੀ ਨੇ ਵੇਖਿਆ ਤੇ ਕਹਿਣ ਲੱਗੇ, ਪੁੱਤਰ ਜੀ ਬਰਾਤ ਦੀ ਤੇ ਪੂਰੀ ਤਿਆਰੀ ਸੀ, ਤੁਸੀਂ ਇਹ ਕੀ ਕੀਤਾ? ਆਪਣੇ ਤਨ ਦਾ ਕੱਪੜਾ ਲਾ ਕੇ, ਬਸਤਰ ਲਾ ਕੇ ਉਸ ਬੱਚੇ ਨੂੰ ਪਵਾ ਦਿੱਤੇ ਨੇ। ਕਹਿੰਦੇ ਮਾਤਾ ਜੀ ਨੇ ਕੁਝ ਗਿਲਾ ਕੀਤਾ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਕੇ ਜਦੋਂ ਇਸ ਕੌਤਕ ਨੂੰ ਵੇਖਦੇ ਨੇ ਤੇ ਬੜੇ ਪ੍ਰਸੰਨ ਹੁੰਦੇ ਨੇ, ਖੁਸ਼ ਹੋ ਕੇ
ਤਿਆਗ ਮਲ ਨੂੰ ਆਪਣੇ ਗਲ ਨਾਲ ਲਾਇਆ, ਆਖਿਆ ਅੱਜ ਇਸ ਬੱਚੇ ਦਾ ਤਨ ਨੰਗਾ ਸੀ, ਤਨ ਨੂੰ ਢੱਕਣ ਵਾਸਤੇ ਤਿਆਗ ਮਲ ਨੇ ਆਪਣੇ ਤਨ ਦਾ ਬਸਤਰ ਉਤਾਰ ਕੇ ਦਿੱਤਾ ਹੈ, ਪੁਸ਼ਾਕ ਲਾ ਕੇ ਦਿੱਤੀ ਹੈ। ਕਿਤੇ ਸਮਾਂ ਆਏਗਾ ਜਦੋਂ ਹਿੰਦੁਸਤਾਨ ਦੀ ਧਰਤੀ ਤੇ ਲੋਕਾਂ ਦੀ ਇੱਜ਼ਤ ਆਬਰੂ ਰੁਲ ਜਾਏਗੀ। ਐਸਾ ਸਮਾਂ ਬਣੇਗਾ ਲੋਕਾਂ ਦੀ ਪੱਤ ਜਿਹੜੀ ਹੈ ਉਹ ਨਹੀਂ ਬਚੇਗੀ, ਤੇ ਸੱਚੇ ਪਾਤਸ਼ਾਹ ਉਹਨਾਂ ਦੀ ਪੱਤ ਢੱਕਣ ਵਾਸਤੇ, ਉਹਨਾਂ ਦੀ ਇੱਜ਼ਤ ਰੱਖਣ ਵਾਸਤੇ ਆਪਣੇ ਤਨ ਦਾ ਕੱਪੜਾ ਬਣਾ ਕੇ ਪੂਰੀ ਸ੍ਰਿਸ਼ਟੀ ਦੀ ਪੱਤ ਢੱਕ ਲੈਣਗੇ। ਤੇ ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਮੈਂ ਕੋਈ ਜ਼ਿਕਰ ਕਰਦਾ ਹੈ ਤੇ ਆਮ ਤੌਰ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਹਿੰਦ ਦੀ ਚਾਦਰ। ਤੇ ਇਹ ਵੀ ਕਈ ਵਾਰ ਬਚਨ ਆਪਾਂ ਪੜ੍ਹਦੇ ਆ ਕਿ ਸਤਿਗੁਰੂ ਜੀ ਨੇ ਆਪਣੀ ਕੁਰਬਾਨੀ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਦਿੱਤੀ ਹੈ। ਪਰ ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਹੜੀ ਕੁਰਬਾਨੀ ਹੈ ਨਾ, ਉਸ ਕੁਰਬਾਨੀ ਨੂੰ ਅਸੀਂ ਇੰਨਾ ਛੋਟਾ ਕਰਕੇ ਨਾ ਦੇਖੀਏ। ਕਵੀ ਸੈਨਾਪਤ ਜੀ ਨੇ ਬੜੇ ਪਿਆਰੇ ਬਚਨ ਲਿਖੇ ਨੇ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੇ ਢਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦ ਦੀ ਚਾਦਰ ਨਹੀਂ ਬਣੇ, ਸਗੋਂ ਪੂਰੀ ਸ੍ਰਿਸ਼ਟੀ ਦੀ ਪੱਤ ਢੱਕ ਲਈ ਹੈ। ਮਨੁੱਖੀ ਅਧਿਕਾਰਾਂ ਦੇ ਖਾਤਰ ਸਾਰਿਆਂ ਨੂੰ ਜ਼ਿੰਦਗੀ ਵਿੱਚ ਜਿਉਣ ਦਾ, ਧਰਮ ਕਰਮ ਕਰਨ ਦਾ ਅਧਿਕਾਰ ਮਿਲ ਸਕੇ, ਇਸ ਵਾਸਤੇ ਸਤਿਗੁਰਾਂ ਨੇ ਪੂਰੀ ਸ੍ਰਿਸ਼ਟੀ ਦੀ ਪੱਤ ਢੱਕ ਲਈ ਹੈ। ਮਨੁੱਖੀ ਆਜ਼ਾਦੀ ਦੀ ਖਾਤਰ, ਹੱਕਾਂ ਦੀ ਖਾਤਰ ਸਤਿਗੁਰੂ ਪਾਤਸ਼ਾਹ ਨੇ ਬਹੁਤ ਵੱਡੀ ਕੁਰਬਾਨੀ ਕੀਤੀ। ਤੇ ਜਿਹੜੀ ਵੱਡੀ ਕੁਰਬਾਨੀ ਕੀਤੀ ਹਜ਼ੂਰ ਨੇ, ਉਹਦੇ ਸੰਕੇਤ ਬਚਪਨ ਵਿੱਚ ਹੀ ਮਿਲ ਗਏ, ਜਦੋਂ ਸਤਿਗੁਰੂ ਪਾਤਸ਼ਾਹ ਨੇ ਇੱਕ ਮਾਸੂਮ ਬੱਚੇ ਨੂੰ ਨਗਨ ਅਵਸਥਾ ਵਿੱਚ ਵੇਖਿਆ ਤੇ ਉਹਦਾ ਤਨ ਢੱਕਿਆ ਹਜ਼ੂਰ ਸੱਚੇ ਪਾਤਸ਼ਾਹ ਨੇ। ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਬਚਪਨ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੋਦ ਦੇ ਵਿੱਚ ਹੀ ਬਤੀਤ ਹੋਇਆ। ਇਤਿਹਾਸਕਾਰ ਕਹਿੰਦੇ ਨੇ, ਕਹਿੰਦੇ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਜਿਸ ਵੇਲੇ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਉਮਰ ਜਿਹੜੀ ਹੈ 13 ਕੁ ਸਾਲ ਦੀ ਹੈ। 13 ਸਾਲ ਦੀ ਉਮਰ ਦੇ ਅੰਦਰ ਕਰਤਾਰਪੁਰ ਸਾਹਿਬ ਦੀ ਜੰਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤੇਗ ਦੇ ਐਸੇ ਜੌਹਰ ਵਿਖਾਏ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇਗ ਦੇ ਜੌਹਰ ਵੇਖ ਕੇ ਇੰਨੇ ਖੁਸ਼ ਹੋਏ, ਆਖਿਆ ਅੱਜ ਤੋਂ ਬਾਅਦ ਤੁਹਾਡਾ ਨਾਮ ਤਿਆਗ ਮਲ ਨਹੀਂ, ਤੁਹਾਡਾ ਨਾਮ ਤੇਗ ਬਹਾਦਰ ਰੱਖਿਆ ਜਾਂਦਾ ਹੈ। ਤੁਸੀਂ ਤੇਗ ਦੇ ਬੜੇ ਧਨੀ ਹੋ ਤੇ ਜੰਗ ਦੇ ਮੈਦਾਨ ਦੇ ਵਿੱਚ ਜਿਹੜੀ ਤੁਸੀਂ ਬਹਾਦਰੀ ਅੱਜ ਵਿਖਾਈ ਹੈ, ਇਹ ਵੀ ਬਾ ਕਮਾਲ ਹੈ, ਬੇਮਿਸਾਲ ਹੈ। ਉਸ ਦਿਨ ਤੋਂ ਬਾਅਦ ਹਜ਼ੂਰ ਸੱਚੇ ਪਾਤਸ਼ਾਹ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਗਿਆ। ਇਧਰ ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਪਿਆਨਾ ਕਰਦੇ ਨੇ। ਗੁਰਗੱਦੀ ਦੀ ਬਖਸ਼ਿਸ਼ ਗੁਰੂ ਹਰਿਰਾਏ ਸਾਹਿਬ ਜੀ ਨੂੰ ਕੀਤੀ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਤਿਗੁਰਾਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬਾ ਬਕਾਲਾ ਦੀ ਧਰਤੀ ਤੇ ਆ ਕੇ ਡੇਰਾ ਕੀਤਾ ਸਤਿਗੁਰਾਂ ਨੇ। ਇੱਥੋਂ ਹੀ ਸਤਿਗੁਰੂ ਪਾਤਸ਼ਾਹ ਜੀ ਸਮੇਂ-ਸਮੇਂ ਤੇ ਜਾ ਕਰਕੇ ਪ੍ਰਚਾਰ ਦੌਰੇ ਜਿਹੜੇ ਨੇ ਉਹ ਕਰਦੇ ਨੇ। ਕਹਿੰਦੇ ਸਮਾਂ ਆਪਣੀ ਚਾਲੇ ਚੱਲਦਾ ਗਿਆ। ਗੁਰਤਾ ਗੱਦੀ ਦੀ ਬਖਸ਼ਿਸ਼ ਗੁਰੂ ਹਰਿਰਾਏ ਸਾਹਿਬ ਜੀ ਨੂੰ ਹੋਈ। ਸਮਾਂ ਪਾ ਕੇ ਗੁਰਿਆਈ ਦੀ ਬਖਸ਼ਿਸ਼ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਹੁੰਦੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਸਮੇਂ ਦਰਮਿਆਨ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਸਭ ਤੋਂ ਵੱਡੇ ਜੇ ਪ੍ਰਚਾਰ ਦੇ ਦੌਰੇ ਕੀਤੇ ਨੇ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤੇ ਨੇ। ਤੇ ਖਾਸ ਕਰਕੇ ਪੂਰਬ ਦੇਸ਼ਾਂ ਦੇ ਅੰਦਰ ਮਹਾਰਾਜ ਨੇ ਜਾ ਕੇ ਬਹੁਤ ਵੱਡੇ ਪ੍ਰਚਾਰ ਦੇ ਦੌਰੇ ਆਰੰਭੇ।
ਕਿਉਂਕਿ ਇੱਧਰ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਹੋਇਆ ਹੈ ਤੇ ਔਰੰਗਜ਼ੇਬ ਬਾਦਸ਼ਾਹ ਦੀ ਇਹ ਨੀਤੀ ਸੀ ਕਿ ਸਮੁੱਚੇ ਹਿੰਦੁਸਤਾਨ ਦੇ ਅੰਦਰ ਜਿੰਨੇ ਵੀ ਹਿੰਦੂ ਘਰਾਣੇ ਨੇ, ਹਿੰਦੂ ਲੋਕ ਨੇ, ਸਾਰਿਆਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਏ। ਇਸ ਕਰਕੇ ਉਹਨੇ ਜ਼ੁਲਮ ਬਹੁਤ ਜ਼ਿਆਦਾ ਵਧਾ ਦਿੱਤਾ ਤੇ ਲੋਕ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਸਤਾਏ ਹੋਏ ਤਰਾਹ ਤਰਾਹ ਕਰਨ ਲੱਗੇ, ਡਰ ਰਹੇ ਨੇ। ਕਹਿੰਦੇ ਕੋਈ ਚਾਰਾ ਨਹੀਂ, ਕਿੱਥੇ ਜਾ ਕੇ ਫਰਿਆਦ ਕਰੀਏ। ਤੇ ਇੱਧਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਔਰੰਗਜ਼ੇਬ ਦੇ ਸਤਾਏ ਹੋਏ ਲੋਕਾਂ ਨੂੰ ਤਰਵਾਸ ਦੇਣ ਵਾਸਤੇ ਮਹਾਰਾਜ ਪੰਜਾਬ ਤੋਂ ਤੁਰੇ ਤੇ ਦਿੱਲੀ ਦੀ ਧਰਤੀ ਤੇ ਪਹੁੰਚ ਗਏ। ਦਿੱਲੀ ਦੀ ਧਰਤੀ ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਏ, ਇੱਥੇ ਚੇਚਕ ਬਹੁਤ ਜ਼ਿਆਦਾ ਭਿਆਨਕ ਅਸਰ ਉਹਦਾ ਹੋਇਆ। ਬਹੁਤ ਲੋਕ ਮਰ ਰਹੇ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਲੋੜਵੰਦਾਂ ਦੀ ਸਹਾਇਤਾ ਕੀਤੀ, ਸੰਗਤਾਂ ਨੂੰ ਸੇਵਾ ਦੇ ਵਿੱਚ ਲਗਾਇਆ ਤੇ ਬਹੁਤ ਵੱਡੀ ਤਾਦਾਦ ਦੇ ਅੰਦਰ ਲੋਕ ਗੁਰੂ ਘਰ ਨਾਲ ਜੁੜੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾਉਂਦੇ ਨੇ। ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਦੀ ਬਖਸ਼ਿਸ਼ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਰਕੇ ਗਏ। ਜਿਸ ਵੇਲੇ ਸੰਗਤਾਂ ਨੇ ਬਚਨ ਕੀਤਾ ਕਿ 9ਵਾਂ ਪਾਤਸ਼ਾਹ ਆਪ ਕਿਰਪਾ ਕਰੋ, ਕੌਣ ਹੈ ਜੋ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਣੇਗਾ, ਤੇ ਉਸ ਵੇਲੇ ਬਾਬਾ ਬਕਾਲੇ ਦਾ ਜ਼ਿਕਰ ਕਰਦਿਆਂ ਹੋਇਆਂ ਆਖਿਆ ਕਿ ਗੁਰੂ ਨਾਨਕ ਦੀ ਗੱਦੀ ਦਾ 9ਵਾਂ ਵਾਰਿਸ ਬਕਾਲੇ ਦੀ ਧਰਤੀ ਤੇ ਹੈ। ਇਸ ਗੱਲ ਦਾ ਵਿਰੋਧੀਆਂ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਜਾ ਕੇ ਬਾਬਾ ਬਕਾਲੇ ਦੇ ਅੰਦਰ ਆਪਣੀਆਂ ਗੱਦੀਆਂ ਲਾ ਲਈਆਂ ਤੇ ਸਾਧ ਸੰਗਤ ਗੱਦੀਆਂ ਲਾ ਕੇ ਸਾਰੇ ਬਹਿ ਗਏ। ਇਹਨਾਂ ਦੇ ਅੰਦਰ ਜਿਹੜਾ ਧੀਰ ਮੱਲ ਸੀ, ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਵਨ ਸਰੂਪ ਸੀ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਨ 1604 ਦੇ ਅੰਦਰ ਲਿਖਵਾਇਆ ਸੀ। ਇਸ ਕਰਕੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਦਾਅਵੇਦਾਰ ਸਮਝਦਾ ਹੈ ਤੇ ਲੋਕਾਂ ਦੇ ਅੰਦਰ ਇਹ ਪ੍ਰਚਾਰ ਕਰਵਾ ਰਿਹਾ ਹੈ ਕਿ ਮੈਂ ਹੀ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਹਾਂ। ਇੱਧਰ ਦਿੱਲੀ ਦੀ ਧਰਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ। ਇੱਥੋਂ ਸੰਗਤਾਂ ਦਾ ਜਥਾ ਗੁਰਿਆਈ ਦੀ ਜੋ ਰਸਮ ਹੈ ਉਹ ਨਿਭਾਉਣ ਵਾਸਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਉਂਦਾ ਏ ਤੇ ਆਉਂਦਿਆਂ ਆਉਂਦਿਆਂ ਵੀ ਇਤਿਹਾਸਕਾਰ ਕਹਿੰਦੇ ਨੇ ਕਈ ਮਹੀਨੇ ਲੱਗ ਗਏ। ਇਸ ਸਮੇਂ ਦਰਮਿਆਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਿਹੜੇ ਅਖਾਉਤੀ ਗੁਰੂ ਬਣ ਕੇ ਬੈਠੇ ਸਨ, ਜਿਨ੍ਹਾਂ ਦੀ ਗਿਣਤੀ 22 ਦੱਸੀ ਇਤਿਹਾਸਕਾਰਾਂ ਨੇ, ਉਹਨਾਂ ਨੇ ਆਪਣੇ ਅੱਡੇ ਜਮਾ ਲਏ, ਆਪਣਾ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ। ਤੇ ਲੋਕ ਜਿਹੜੇ ਸਨ ਉਹਨਾਂ ਨੂੰ ਬੜਾ ਭੁਲੇਖਾ ਪੈ ਜਾ ਕਰੇ ਵੀ ਪੂਰਾ ਗੁਰੂ ਕਿਹੜਾ ਏ, ਸੱਚਾ ਗੁਰੂ ਕਿਹੜਾ ਏ। ਤੇ ਇਸੇ ਸਮੇਂ ਦਰਮਿਆਨ ਭਾਈ ਮੱਖਣ ਸ਼ਾਹ ਜੀ ਜਿਹੜੇ ਗੁਰੂ ਘਰ ਦੇ ਬੜੇ ਅਨੰਨ ਸੇਵਕ ਸਨ, ਜਿਨ੍ਹਾਂ ਦੇ ਡੁੱਬਦੇ ਹੋਏ ਬੇੜੇ ਨੂੰ ਸਤਿਗੁਰੂ ਪਾਤਸ਼ਾਹ ਨੇ ਕੰਢੇ ਲਾਇਆ, ਸ਼ੁਕਰਾਨਾ ਕਰਦਿਆਂ ਹੋਇਆਂ ਦਸਵੰਧ ਦੀ ਭੇਟਾ ਲੈ ਕੇ ਮਹਾਰਾਜ ਦੇ ਕੋਲ ਆਏ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਇਤਿਹਾਸਕਾਰ ਕਹਿੰਦੇ 500 ਮੋਹਰ ਲੈ ਕੇ ਆਏ। ਅੱਗੇ ਕੀ ਵੇਖਦੇ ਨੇ, ਇੱਥੇ 22 ਮੰਜੀਆਂ ਲਾ ਕੇ 22 ਗੁਰੂ ਬਣ ਕੇ ਬੈਠੇ ਹੋਏ ਨੇ। ਤੇ ਮਨ ਵਿੱਚ ਖਿਆਲ ਆਇਆ ਕਿ ਇਹਨਾਂ 22 ਦੇ ਵਿੱਚੋਂ ਪੂਰਾ ਗੁਰੂ ਕਿਹੜਾ ਏ। ਇਸ ਗੱਲ ਦੀ ਪਰਖ ਕਰਨ ਵਾਸਤੇ ਭਾਈ ਮੱਖਣ ਸ਼ਾਹ ਨੇ ਸੋਚਿਆ ਕਿ ਜਿਹੜਾ ਪੂਰਾ ਸਤਿਗੁਰੂ ਹੈ ਉਹ ਅੰਤਰਜਾਮੀ ਹੁੰਦਾ, ਦਿਲਾਂ ਦੀਆਂ ਜਾਣਨ ਵਾਲਾ ਏ। ਜਿਸ ਸਤਿਗੁਰੂ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਕੇ ਤੁਰਿਆ ਉਹ ਅੰਤਰਜਾਮੀ ਸਤਿਗੁਰੂ ਆਪੇ ਜਾਣ ਲਏਗਾ। ਕਹਿੰਦੇ ਇਹਨੇ ਪਰਖ ਕਰਨ ਵਾਸਤੇ 5-5 ਮੋਹਰਾਂ, ਕਈ ਇਤਿਹਾਸਕਾਰ ਕਹਿੰਦੇ 2-2 ਮੋਹਰਾਂ ਸਾਰਿਆਂ ਦੇ ਅੱਗੇ ਇਹਨੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਜਿਸ ਵੇਲੇ ਇਹ ਅੱਗੇ 5-5 ਮੋਹਰਾਂ ਰੱਖਦਾ ਏ ਤੇ ਜਿਹੜੇ ਅਖਾਉਤੀ ਗੁਰੂ ਨੇ ਬੜੇ ਖੁਸ਼ ਹੋ ਜਾਂਦੇ ਨੇ। ਤੇ ਬਾਈਆਂ ਦੇ ਅੱਗੇ ਜਦੋਂ ਮੋਹਰਾਂ ਧਰ ਦਿੱਤੀਆਂ
ਕਹਿੰਦੇ ਇਹਦੀ ਦਿਲ ਵਾਲੀ ਗੱਲ ਕਿਸੇ ਵੀ ਨਾ ਬੁੱਝੀ, ਇਹਦੀ ਮਨ ਦੀ ਤਸੱਲੀ ਨਾ ਹੋਈ। ਆਖਰਕਾਰ ਇਹਨੇ ਪੁੱਛਿਆ ਕਿ ਹੋਰ ਵੀ ਹੈ ਬਕਾਲੇ ਅੰਦਰ ਕੋਈ? ਤੇ ਕਿਸੇ ਨੇ ਦੱਸਿਆ, ਕਹਿੰਦੇ ਹਾਂ, ਕਹਿੰਦੇ ਸੋਢੀ ਕੁਲ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਵੀ ਇੱਥੇ ਰਹਿੰਦੇ ਨੇ। ਕਹਿੰਦੇ ਫਿਰ ਮੈਂ ਉਹਨਾਂ ਦੇ ਵੀ ਦਰਸ਼ਨ ਕਰਕੇ ਆਉਣਾ। ਕਹਿੰਦੇ ਜਦੋਂ ਗਿਆ ਦਰਸ਼ਨ ਕਰਨ ਦੇ ਲਈ ਤੇ ਜਾ ਕੇ ਇਹਨੇ 5 ਮੋਹਰਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੱਗੇ ਧਰ ਕੇ ਮੱਥਾ ਟੇਕਿਆ। ਜਦੋਂ ਮੱਥਾ ਟੇਕ ਕੇ ਅਰਦਾਸ ਕਰਨ ਲਈ ਹੱਥ ਜੋੜ ਕੇ ਖੜਾ ਹੋਇਆ, ਅੰਤਰਜਾਮੀ ਸਤਿਗੁਰਾਂ ਨੇ ਦਿਲ ਦੀ ਗੱਲ ਜਾਣ ਲਈ ਆਖਿਆ, ਭਲਿਆ ਤੂੰ ਤੇ ਅਰਦਾਸ ਕਰਕੇ ਤੁਰਿਆ ਸੇ ਸਤਿਗੁਰੂ ਮੇਰਾ ਬੇੜਾ ਬੰਨੇ ਲਾਓ। ਮੈਂ 500 ਮੋਹਰਾਂ ਆ ਕੇ ਦਸਵੰਧ ਦੀਆਂ ਚਰਨਾਂ ਵਿੱਚ ਭੇਟ ਕਰਾਂਗਾ। ਕਹਿੰਦੇ ਆ ਤੇ 5 ਹੀ ਨੇ, ਬਾਕੀ ਮੋਹਰਾਂ ਕਿੱਥੇ ਭਾਈ? ਜਦੋਂ ਮੱਖਣ ਸ਼ਾਹ ਦੇ ਦਿਲ ਦੀ ਗੱਲ ਜਾਣ ਲਈ ਤੇ ਸਾਧ ਸੰਗਤ ਮੱਖਣ ਸ਼ਾਹ ਨੇ ਉਸੇ ਵੇਲੇ ਦੁਨੀਆ ਨੂੰ ਇਹ ਪੈਗਾਮ ਦੇਣਾ ਚਾਹਿਆ ਕਿ ਦੁਨੀਆ ਦੇ ਲੋਕੋ ਐਵੇਂ ਭੁੱਲੇ ਨਾ ਰਹਿਓ, ਐਵੇਂ ਪਖੰਡੀਆਂ ਦੇ ਕੋਲ ਜਾ ਜਾ ਕੇ ਮੱਥੇ ਨਾ ਟੇਕੀ ਜਾਇਓ। ਮੈਨੂੰ ਪੂਰਾ ਗੁਰੂ ਜਿਹੜਾ ਹੈ ਉਹ ਮਿਲ ਗਿਆ ਹੈ। ਕਹਿੰਦੇ ਇਹਨੇ ਕੋਠੇ ਤੇ ਚੜ ਕੇ ਗਲ ਵਿੱਚ ਪਾਇਆ ਹੋਇਆ ਪਰਨਾ ਹੱਥ ਵਿੱਚ ਲੈ ਕੇ ਇਹਨੇ ਫੇਰਿਆ ਤੇ ਉੱਚੀ ਉੱਚੀ ਕਹਿੰਦਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਤੇ ਸਾਧ ਸੰਗਤ ਦੁਨੀਆ ਨੂੰ ਪੈਗਾਮ ਦੇ ਦਿੱਤਾ ਕਿ ਪੂਰਾ ਗੁਰੂ ਮਿਲ ਪਿਆ ਹੈ। ਜਿਸ ਵੇਲੇ ਧੀਰ ਮੱਲ ਨੂੰ ਇਸ ਗੱਲ ਦਾ ਪਤਾ ਲੱਗਾ, ਕਹਿੰਦੇ ਧੀਰ ਮੱਲ ਬੜਾ ਲੋਹਾ ਲਾਖਾ ਹੋਇਆ ਕਿ ਹੁਣ ਮੇਰਾ ਗੁਰੂ ਬਣਨ ਵਾਲਾ ਦੇ ਧਾਰੀ ਪਖੰਡ ਜਿਹੜਾ ਬਹੁਤੀ ਦੇਰ ਚੱਲਣਾ ਨਹੀਂ। ਕਹਿੰਦੇ ਇਹਨੇ ਆਪਣੇ ਨਾਲ ਛੀਏ ਮਸੰਦ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਜਾ ਕੇ ਗੋਲੀ ਚਲਵਾ ਦਿੱਤੀ। ਕਹਿੰਦੇ ਗੋਲੀ ਸਤਿਗੁਰਾਂ ਦੀ ਦਸਤਾਰ ਦੇ ਵਿੱਚੋਂ ਲੰਘ ਗਈ, ਕੁਝ ਮਾਮੂਲੀ ਜ਼ਖਮ ਵੀ ਹੋਇਆ। ਕਹਿੰਦੇ ਨਾਲ ਜੋ ਗੁੰਡੇ ਲੈ ਕੇ ਆਇਆ ਸੀ ਧੀਰ ਮੱਲ, ਮੱਖਣ ਸ਼ਾਹ ਵੱਲੋਂ ਭੇਟ ਕੀਤੀਆਂ ਮੋਹਰਾਂ ਤੇ ਹੋਰ ਸੰਗਤਾਂ ਵੱਲੋਂ ਭੇਟਾ ਕੀਤਾ ਕੀਮਤੀ ਸਮਾਨ ਸਾਰਾ ਹੀ ਲੈ ਗਿਆ। ਕਹਿੰਦੇ ਜਦੋਂ ਮੱਖਣ ਸ਼ਾਹ ਨੂੰ ਪਤਾ ਲੱਗਾ, ਧੀਰ ਮੱਲ ਨੂੰ ਰਾਹ ਵਿੱਚ ਜਾ ਕੇ ਘੇਰ ਲਿਆ, ਸਾਰਾ ਮਾਲ ਅਸਬਾਬ ਲੁੱਟ ਲਿਆ, ਖੋਹ ਲਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲੈ ਕੇ ਆਏ ਵਾਪਸ। ਤੇ ਅੰਤਰਜਾਮੀ ਸਤਿਗੁਰੂ ਤਿਆਗ ਤੇ ਵਿਰਾਗ ਦੀ ਮੂਰਤ ਮਹਾਰਾਜ ਨੇ ਕਿਹਾ, ਕੋਈ ਗੱਲ ਨਹੀਂ, ਇਹਨਾਂ ਨੂੰ ਛੱਡ ਦਿਓ, ਜੋ ਕੁਝ ਇਹਨਾਂ ਨੂੰ ਚਾਹੀਦਾ ਦੇ ਦਿਓ, ਸਾਨੂੰ ਇਸ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਐਡਾ ਪਰਉਪਕਾਰੀ ਸੁਭਾਅ ਸਤਿਗੁਰਾਂ ਦਾ। ਕਹਿੰਦੇ ਧੀਰ ਮੱਲ ਬੜਾ ਸ਼ਰਮਸਾਰ ਹੋਇਆ ਜਦੋਂ ਮੱਖਣ ਸ਼ਾਹ ਨੇ ਕਾਬੂ ਕਰਕੇ ਲਿਆਂਦਾ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਸੀ ਉਹ ਵੀ ਧੀਰ ਮੱਲ ਨੂੰ ਵਾਪਸ ਕਰ ਦਿੱਤਾ ਗਿਆ। ਦੁਨੀਆ ਦੇ ਅੰਦਰ ਇਹ ਗੱਲ ਪ੍ਰਗਟ ਹੋ ਗਈ ਕਿ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ, ਫਿਰ ਸਤਿਗੁਰੂ ਪਾਤਸ਼ਾਹ ਨੇ ਪ੍ਰਚਾਰ ਦੌਰੇ ਆਰੰਭ ਕੀਤੇ। ਅੰਤਰਜਾਮੀ ਸਤਿਗੁਰੂ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਆਏ ਤੇ ਇੱਥੇ ਜਿਹੜੇ ਮਸੰਦ ਸਨ, ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਦਾ ਪੁੱਤਰ ਹਰਜੀ, ਕਹਿੰਦੇ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਨੇ। ਕਹਿੰਦੇ ਫਟਾਫਟ ਜਾ ਕੇ ਹਰਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ, ਕਿਤੇ ਗੁਰੂ ਸਾਹਿਬ ਅੰਦਰ ਨਾ ਆ ਜਾਣ। ਮਹਾਰਾਜ ਬਾਹਰ ਬੈਠ ਕੇ ਕੁਝ ਦੇਰ ਉਡੀਕਦੇ ਰਹੇ। ਸਰੋਵਰ ਵਿੱਚ ਇਸ਼ਨਾਨ ਕਰਕੇ ਕੁਝ ਸੰਗਤਾਂ ਨੂੰ ਦਰਸ਼ਨ ਦੇ ਕੇ ਮਹਾਰਾਜ ਅੱਗੇ ਤੁਰ ਪੈਂਦੇ ਨੇ। ਇੱਥੇ ਮੱਖਣ ਸ਼ਾਹ ਫਿਰ ਆਇਆ, ਉਹਨੇ ਆ ਕੇ ਬੜੀ ਤਾੜਨਾ ਕੀਤੀ ਇਹਨਾਂ ਮਸੰਦਾਂ ਨੂੰ। ਕਹਿੰਦੇ ਤੁਸੀਂ ਇੰਨੇ ਭ੍ਰਿਸ਼ਟ ਹੋ ਗਏ ਜੇ, ਉਹ ਮਹਾਨ ਸਤਿਗੁਰੂ ਜਿਨ੍ਹਾਂ ਦੇ ਇਹ ਅਸਥਾਨ ਨੇ, ਤੁਸੀਂ ਉਹਨਾਂ ਨੂੰ ਵੀ ਇੱਥੇ ਆਉਣ ਤੋਂ ਰੋਕ ਦਿੱਤਾ। ਉਹ ਇੱਥੇ ਕਬਜ਼ਾ ਕਰਨ ਵਾਸਤੇ ਨਹੀਂ ਆਏ, ਕੇਵਲ ਦਰਸ਼ਨ ਕਰਨ ਵਾਸਤੇ ਆਏ ਸਨ। ਕਹਿੰਦੇ ਇਹ ਮਸੰਦ ਗੁਰੂ ਸਾਹਿਬ ਦੇ ਪਿੱਛੇ ਗਏ ਪਿੰਡ ਵੱਲੇ, ਕੀਮਤੀ ਭੇਟਾ ਲੈ ਕੇ ਗਏ, ਮਹਾਰਾਜ ਦੇ ਅੱਗੇ ਧਰੀਆਂ। ਮਹਾਰਾਜ ਨੇ ਆਖਿਆ, ਸੱਜਣੋ ਤੁਹਾਡੀ ਭੇਟਾ ਪ੍ਰਵਾਨ ਨਹੀਂ। ਕਹਿੰਦੇ ਜੀ ਸਾਡੇ ਕੋਲੋਂ ਬੜੀ ਭੁੱਲ ਹੋ ਗਈ ਹੈ, ਸਾਨੂੰ ਬਖਸ਼ ਲਓ। ਤੇ ਮਹਾਰਾਜ ਕਹਿੰਦੇ ਤੁਸੀਂ ਅੰਮ੍ਰਿਤਸਰ ਦੇ ਮਸੰਦ ਨਹੀਂ ਹੋ ਸਕਦੇ, ਤੁਸੀਂ ਤ੍ਰਿਸ਼ਨਾ ਦੀ ਅੱਗ ਨਾਲ ਅੰਦਰੋਂ ਸੜੇ ਹੋਏ ਹੋ। ਨਹਿ ਮਸੰਦ ਤੁਮ ਅੰਮ੍ਰਿਤਸਰੀਏ, ਤ੍ਰਿਸ਼ਨਾ ਗਣ ਤੇ ਅੰਤਰ ਸੜੀਏ। ਤੁਸੀਂ ਅੰਦਰੋਂ ਸੜੇ ਹੋਏ ਹੋ।
ਮਹਾਰਾਜ ਵੱਲੇ ਪਿੰਡ ਵਿੱਚੋਂ ਹੁੰਦੇ ਹੋਏ, ਘੁੱਕੇ ਵਾਲੀ ਪਿੰਡ ਦੇ ਵਿੱਚੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਇਲਾਕੇ ਵਿੱਚ ਚਲੇ ਗਏ। ਇੱਥੇ ਸਤਿਗੁਰੂ ਨੇ ਪ੍ਰਚਾਰ ਦਾ ਨਵਾਂ ਕੇਂਦਰ ਫਿਰ ਸਥਾਪਿਤ ਕੀਤਾ। ਮਾਖੋਵਾਲ ਦੀ ਧਰਤੀ ਤੇ ਜ਼ਮੀਨ ਮੁੱਲ ਖਰੀਦ ਕੇ ਜਿਸ ਦਾ ਪਹਿਲਾ ਨਾਮ ਚੱਕ ਨਾਨਕੀ ਰੱਖਿਆ ਗਿਆ ਤੇ ਬਾਅਦ ਵਿੱਚ ਇਸ ਨਗਰ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਪਿਆ। ਇਹ ਕਿਰਪਾ ਸਤਿਗੁਰੂ ਨੇ ਆਪ ਇਸ ਧਰਤੀ ਤੇ ਕੀਤੀ। ਇਸ ਤੋਂ ਬਾਅਦ ਮਹਾਰਾਜ ਪੂਰਬ ਦੇਸ਼ ਦੇ ਦੌਰੇ ਤੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਪਟਨਾ ਸਾਹਿਬ ਬਿਹਾਰ ਦੀ ਧਰਤੀ ਤੇ ਗਏ, ਅਸਾਮ ਦੀ ਧਰਤੀ ਤੇ ਗਏ, ਜਿੱਥੇ ਅਨੇਕਾਂ ਸਿੱਖ ਅੱਜ ਵੀ ਸਤਿਗੁਰਾਂ ਦੇ ਸ਼ਰਧਾਲੂ ਨੇ। ਤੇ ਉੱਥੇ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ, ਗੁਰਦੁਆਰਾ ਧੋਬੜੀ ਸਾਹਿਬ, ਜਿੱਥੇ ਮਹਾਰਾਜ ਨੇ ਅਹੋਮੀ ਕਬੀਲਾ ਅਤੇ ਰਾਜਾ ਰਤਨ ਰਾਏ ਉਹਨਾਂ ਦਰਮਿਆਨ ਹੋਣ ਵਾਲੇ ਯੁੱਧ ਨੂੰ ਟਾਲਿਆ, ਆਪਸ ਵਿੱਚ ਸੁਲ੍ਹਾ ਸਫਾਈ ਕਰਵਾਈ ਅਤੇ ਹੱਦਬੰਦੀ ਕਾਇਮ ਕੀਤੀ ਕਿ ਇਸ ਪਾਸੇ ਅਹੋਮੀ ਕਬੀਲਾ ਰਹੇਗਾ, ਇਸ ਪਾਸੇ ਰਾਜਾ ਰਾਮ ਰਾਏ ਦਾ ਰਾਜ ਭਾਗ ਰਹੇਗਾ। ਉਸ ਥਾਂ ਤੇ ਦੋਵਾਂ ਧਿਰਾਂ ਦੀਆਂ ਫੌਜਾਂ ਨੂੰ ਆਖਿਆ ਕਿ ਮਿੱਟੀ ਜੋੜ ਕੇ ਇੱਕ ਉੱਚੀ ਜਗ੍ਹਾ ਤਿਆਰ ਕੀਤੀ ਜਾਵੇ। ਜਿਸ ਥਾਂ ਤੇ ਮਿੱਟੀ ਪਾ ਕੇ ਉਹ ਧੋਬੜੀ ਤਿਆਰ ਕੀਤੀ, ਉੱਥੇ ਹਜ਼ੂਰ ਬੈਠੇ। ਉੱਥੇ ਗੁਰਦੁਆਰਾ ਧੋਬੜੀ ਸਾਹਿਬ ਅੱਜ ਵੀ ਸੁਸ਼ੋਭਿਤ ਹੈ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਪੂਰਬ ਦੇਸ਼ ਦੇ ਦੌਰੇ ਤੋਂ ਬਾਅਦ ਫਿਰ ਮਾਲਵੇ ਦੇ ਦੇਸ਼ਾਂ ਦੇ ਵਿੱਚ ਵਿਚਰੇ। ਸਤਿਗੁਰੂ ਪਾਤਸ਼ਾਹ ਮੌੜ ਪਿੰਡ ਗਏ, ਜਿਸ ਨੂੰ ਅੱਜ ਮੌੜ ਮੰਡੀ ਆਪਾਂ ਕਹਿੰਦੇ ਆ। ਇੱਥੇ ਜਦੋਂ ਪਹੁੰਚੇ ਸ਼ਾਮ ਦਾ ਸਮਾਂ ਸੀ। ਲੋਕ ਡਰਦੇ ਘਰਾਂ ਤੋਂ ਬਾਹਰ ਨਹੀਂ ਸਨ ਨਿਕਲਦੇ ਕਿ ਬਾਹਰ ਜਿੰਨ ਤੇ ਭੂਤ ਰਹਿੰਦੇ, ਪ੍ਰੇਤ ਦਾ ਵਾਸਾ ਹੈ। ਮਹਾਰਾਜ ਨੇ ਰੱਬੀ ਬਾਣੀ ਦਾ ਕੀਰਤਨ ਆਰੰਭ ਕੀਤਾ। ਲੋਕ ਜਿਹੜੇ ਸਨ ਹਜ਼ੂਰ ਦੇ ਕੋਲ ਜਾਣੇ ਸ਼ੁਰੂ ਹੋ ਗਏ। ਆਖਿਆ ਮਹਾਰਾਜ ਅਸੀਂ ਤੇ ਡਰਦੇ ਬਾਹਰ ਨਹੀਂ ਨਿਕਲਦੇ ਕਿ ਇੱਥੇ ਰਾਤ ਨੂੰ ਭੂਤ ਪ੍ਰੇਤ ਆ ਜਾਂਦੇ ਨੇ, ਪਰ ਤੁਸੀਂ ਐਡੀ ਕਿਰਪਾ ਵਰਤਾਈ ਹੈ, ਕੋਈ ਵੀ ਚੀਜ਼ ਅਜ ਨਜ਼ਰ ਨਹੀਂ ਆਈ। ਉਹ ਪ੍ਰੇਤ ਕਿੱਥੇ ਚਲੇ ਗਏ, ਭੂਤ ਕਿੱਥੇ ਚਲੇ ਗਏ? ਤੇ ਮਹਾਰਾਜ ਕਹਿੰਦੇ ਅਸਲ ਵਿੱਚ ਗੁਰਬਾਣੀ ਤੋਂ ਟੁੱਟੇ ਹੋਏ ਪਰਮੇਸ਼ਰ ਨੂੰ ਜਿਹੜੇ ਭੁੱਲ ਚੁੱਕੇ ਜੀਵ ਨੇ, ਉਹ ਆਪ ਹੀ ਭੂਤ ਪ੍ਰੇਤ ਬਣ ਕੇ ਸੰਸਾਰ ਵਿੱਚ ਵਿਚਰਦੇ ਨੇ। ਜਦੋਂ ਬਾਣੀ ਦੇ ਲੜ ਲੱਗਾਂਗੇ ਤੇ ਕੋਈ ਭੂਤ ਪ੍ਰੇਤ ਤੁਹਾਡੇ ਨੇੜੇ ਨਹੀਂ ਆਏਗਾ। ਭੀਖੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜਦੋਂ ਪਹੁੰਚਦੇ ਨੇ ਤੇ ਸਾਧ ਸੰਗਤ ਭੀਖੀ ਦੇ ਅੰਦਰ ਬਹੁਤ ਵੱਡੇ ਲੋਕ ਜਿਹੜੇ ਨੇ ਸਖੀ ਸਰਵਰੀਆਂ ਦੇ ਪੁਜਾਰੀ ਨੇ। ਦੇਸੂ ਨਾਮ ਦਾ ਇੱਕ ਜ਼ਿਮੀਂਦਾਰ ਜਿਹੜਾ ਸਖੀ ਸਰਵਰੀਆਂ ਦਾ ਵੱਡਾ ਪੁਜਾਰੀ ਤੇ ਹੱਥ ਵਿੱਚ ਖੂੰਡੀ ਫੜ ਕੇ ਰੱਖਦਾ ਸੀ। ਸਤਿਗੁਰਾਂ ਨੇ ਆਖਿਆ ਇਹ ਸਾਰਾ ਕੁਝ ਮਨ ਮੱਤਾਂ ਤਿਆਗ ਦਿਓ, ਗੁਰੂ ਕੀ ਸਿੱਖੀ ਧਾਰਨ ਕਰੋ, ਸੱਚ ਨਾਲ ਜੁੜੋ, ਬਾਣੀ ਨਾਲ ਜੁੜੋ, ਤੁਹਾਡਾ ਵੀ ਭਲਾ ਹੋਵੇਗਾ, ਪਰਿਵਾਰ ਦਾ ਭਲਾ ਹੋਏਗਾ। ਮਹਾਰਾਜ ਨੇ ਆਖਿਆ ਇਹ ਪੀਰਾਂ ਵਾਲੀਆਂ ਖੂੰਡੀਆਂ ਸੁੱਟ ਦਿਓ। ਸੱਚੇ ਪਾਤਸ਼ਾਹ ਨੇ ਆਪਣੇ ਕੋਲੋਂ 5 ਤੀਰਾਂ ਦੀ ਬਖਸ਼ਿਸ਼ ਕਰਕੇ ਉਹਨੂੰ ਨਿਵਾਜਿਆ ਤੇ ਮਾਲਵੇ ਦੇ ਅੰਦਰ ਸਿੱਖੀ ਦਾ ਪ੍ਰਚਾਰਕ ਥਾਪਿਆ। ਬਹੁਤ ਵੱਡੇ ਪ੍ਰਚਾਰ ਦੇ ਦੌਰੇ ਸੱਚੇ ਪਾਤਸ਼ਾਹ ਨੇ ਆਰੰਭੇ। ਇੱਧਰ ਹੁਣ ਔਰੰਗਜ਼ੇਬ ਸਖਤੀ ਬਹੁਤ ਜ਼ਿਆਦਾ ਕਰ ਰਿਹਾ ਹੈ, ਆਮ ਜਨਤਾ ਤੇ ਜ਼ੁਲਮ ਢਾ ਰਿਹਾ ਹੈ। ਤੇ ਉਹਦੇ ਮਾਪਦੰਡ ਸਨ ਕਿ ਜਾਂ ਤੇ ਮੁਸਲਮਾਨ ਹੋ ਜਾਓ, ਨਹੀਂ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਬਹੁਤ ਸਾਰੇ ਡਰਦੇ ਲੋਕ ਮੁਸਲਮਾਨ ਬਣ ਰਹੇ ਨੇ। ਕਸ਼ਮੀਰ ਦੀ ਧਰਤੀ ਤੋਂ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਅੰਦਰ ਇੱਕ ਵਫਦ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਆ ਕੇ ਫਰਿਆਦ ਕੀਤੀ, ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਅੱਜ ਸਾਡਾ ਧਰਮ ਖਤਰੇ ਵਿੱਚ ਹੈ। ਸਾਡੇ ਮੰਦਰ ਜਿਹੜੇ ਨੇ ਤੋੜੇ ਜਾ ਰਹੇ ਨੇ, ਸਾਡੇ ਗਲਾਂ ਵਿੱਚੋਂ ਜਨੇਊ ਉਤਾਰੇ ਜਾ ਰਹੇ ਨੇ, ਸਾਡੀਆਂ ਬੋਦੀਆਂ ਸਲਾਮਤ ਨਹੀਂ, ਸਾਡੇ ਮੱਥੇ ਤੇ ਤਿਲਕ ਜਿਹੜੇ ਨੇ ਪੂੰਝ ਦਿੱਤੇ ਗਏ ਨੇ। ਸਤਿਗੁਰੂ ਰਹਿਮਤ ਕਰੋ, ਸਾਡੇ ਧਰਮ ਦੀ ਰਾਖੀ ਕਰੋ। ਤੇ ਸਤਿਗੁਰੂ ਪਾਤਸ਼ਾਹ ਦਾ ਬਿਰਧ ਵੇਖੋ। ਪਹਿਲੇ ਜਾਮੇ ਵਿੱਚ ਮਹਾਰਾਜ ਨੇ ਜਨੇਊ ਜਦੋਂ ਧਾਰਨ ਕਰਨ ਦੀ ਗੱਲ ਚੱਲੀ ਨਾ, ਤੇ ਮਹਾਰਾਜ ਨੇ ਪਾਇਆ ਨਹੀਂ। ਆਖਿਆ ਜਨੇਊ ਮੈਨੂੰ ਪ੍ਰਵਾਨ ਨਹੀਂ ਹੈ, ਮਨੁੱਖਤਾ ਵਿੱਚ ਵੰਡੀਆਂ ਪਾਉਂਦਾ। ਧੱਕੇ ਨਾਲ ਪਾਉਣ ਦੀ ਕੋਸ਼ਿਸ਼ ਕੀਤੀ, ਮਹਾਰਾਜ ਨੇ ਮਨਾ ਕੀਤਾ, ਪਰ ਧੱਕੇ ਨਾਲ ਕਿਸੇ ਦਾ ਜਨੇਊ ਲੈਣ ਵੀ ਨਹੀਂ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਜ਼ੁਲਮ ਦੇ, ਜ਼ਬਰ ਦੇ ਖਿਲਾਫ ਨੇ, ਧੱਕੇ ਦੇ ਖਿਲਾਫ ਨੇ। ਤੇ ਆਖਿਆ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਅੱਜ ਤੋਂ ਬਾਅਦ ਸਾਡਾ ਆਗੂ
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਂਦੇ ਨੇ ਤੇ ਅਸੀਂ ਸਾਰੇ ਹਿੰਦੁਸਤਾਨ ਦੇ ਹਿੰਦੂ ਮੁਸਲਮਾਨ ਬਣ ਜਾਵਾਂਗੇ, ਤੇ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਨਹੀਂ ਹੁੰਦੇ ਤਾਂ ਅਸੀਂ ਹਿੰਦੁਸਤਾਨ ਦੇ ਸਾਰੇ ਹਿੰਦੂ ਕਦੇ ਵੀ ਮੁਸਲਮਾਨ ਨਹੀਂ ਬਣਾਂਗੇ। ਔਰੰਗਜ਼ੇਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਉਹਨੇ ਆਖਿਆ ਵੀ ਇਹ ਤੇ ਕੰਮ ਬੜਾ ਸੌਖਾ ਏ, ਇੱਕ ਸਿੰਘ ਨੂੰ ਹੀ ਮੁਸਲਮਾਨ ਬਣਾ ਲਈਏ ਤੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਏਗਾ। ਇਕੱਲੇ ਇਕੱਲੇ ਨੂੰ ਮੁਸਲਮਾਨ ਬਣਾਉਣ ਨਾਲੋਂ ਇਹ ਕੰਮ ਬੜਾ ਸੌਖਾ ਹੈ ਕਿ ਇੱਕ ਬੰਦੇ ਨੂੰ ਮੁਸਲਮਾਨ ਬਣਾਈਏ ਤੇ ਸਾਰਾ ਹਿੰਦੁਸਤਾਨ ਮੁਸਲਮਾਨ ਹੋ ਜਾਏ। ਸਤਿਗੁਰੂ ਪਾਤਸ਼ਾਹ ਦੀ ਗ੍ਰਿਫਤਾਰੀ ਹੋਈ, ਬੜੇ ਤਸੀਹੇ ਹਜ਼ੂਰ ਨੂੰ ਦਿੱਤੇ ਗਏ। ਇੱਕੋ ਸਵਾਲ ਰੱਖਿਆ ਗਿਆ ਕਿ ਮੁਸਲਮਾਨ ਹੋ ਜਾਓ, ਪਰ ਸਤਿਗੁਰੂ ਪਾਤਸ਼ਾਹ ਨੇ ਆਖਿਆ ਨਹੀਂ, ਮੈਂ ਇਕਰਾਰ ਕਰਕੇ ਆਇਆ ਕਿ ਮੈਂ ਤੁਹਾਡੇ ਧਰਮ ਦੀ ਰਾਖੀ ਕਰਾਂਗਾ, ਤੁਹਾਡੀ ਧਾਰਮਿਕ ਆਜ਼ਾਦੀ ਦੇ ਲਈ ਮੈਂ ਹਰ ਯਤਨ ਕਰਾਂਗਾ। ਅੱਜ ਭਾਵੇਂ ਮੈਨੂੰ ਕੁਰਬਾਨੀ ਦੇਣੀ ਪੈ ਜਾਏ, ਪਰ ਮੈਂ ਹਿੰਦੁਸਤਾਨ ਦੇ ਅੰਦਰ ਰਹਿਣ ਵਾਲੇ ਲੋਕਾਂ ਦੀ ਧਾਰਮਿਕ ਆਜ਼ਾਦੀ ਖੁੱਸਣ ਨਹੀਂ ਦਿਆਂਗਾ। ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਦਿੱਲੀ ਦੀ ਧਰਤੀ ਤੇ ਆਪਣੀ ਕੁਰਬਾਨੀ ਦਿੱਤੀ। ਤੇ ਸਾਧ ਸੰਗਤ ਜਿਸ ਵੇਲੇ ਸਤਿਗੁਰਾਂ ਦੇ ਸਾਹਮਣੇ ਜਲਾਦ ਹੱਥ ਵਿੱਚ ਤਲਵਾਰ ਲੈ ਕੇ ਆਇਆ ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਜਲਾਦ ਨੂੰ ਸੰਬੋਧਨ ਹੋ ਕੇ ਆਖਿਆ ਸੀ, ਮੈਂ ਹਾਂ ਤੇਗ ਤੇ ਤੇਗ ਹੈ ਹੱਥ ਤੇਰੇ, ਟੱਕਰ ਦੋਹਾਂ ਦੀ ਹੋਣੀ ਅਜੀਬ ਵੇਖੀ। ਇਸ ਟੱਕਰ ਵਿੱਚੋਂ ਉੱਠੀ ਆਵਾਜ਼ ਸੁਣ ਕੇ ਜਾਗ ਉੱਠਣਗੇ ਕਈਆਂ ਦੇ ਨਸੀਬ ਵੇਖੀ। ਤਖਤਾਂ ਵਾਲੇ ਹੁਣ ਹੋਣਗੇ ਤਖਤਿਆਂ ਤੇ, ਤਖਤ ਸੰਗ ਬਣਗੇ ਕਿਵੇਂ ਗਰੀਬ ਵੇਖੀ। ਕਹਿੰਦੇ ਪੈ ਦੇਵੇ ਨਾ ਕਿਸੇ ਦਾ ਭੈ ਮੰਨੇ, ਪੈ ਦੇਵੇ ਨਾ ਕਿਸੇ ਦਾ ਭੈ ਖਾਵੇ। ਨਵੀਂ ਉੱਠੇਗੀ ਇੱਥੇ ਤਹਿਜ਼ੀਬ ਵੇਖੀ, ਜੋ ਵੀ ਇਸ ਤਰੀਕ ਦਾ ਹੋ ਮੋਰੀ, ਕਿਸੇ ਛੋਣਗੇ ਉਹਦੇ ਅਦੀਬ ਵੇਖੀ। ਮਰਨਾ ਜਾਣੇ ਜੋ ਉਹਦੀ ਖੁਦਾਈ ਖਾਤਰ, ਅੱਲਾ ਰਹੇਗਾ ਉਹਦੇ ਕਰੀਬ ਵੇਖੀ। ਮਰਨਾ ਜਾਣੇ ਜੋ ਉਹਦੀ ਖੁਦਾਈ ਖਾਤਰ, ਅੱਲਾ ਰਹੇਗਾ ਉਹਦੇ ਕਰੀਬ ਵੇਖੀ। ਤੇ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਆਪਣੀ ਕੁਰਬਾਨੀ ਦੇ ਕੇ ਇੱਕ ਇਤਿਹਾਸ ਸਿਰਜਿਆ, ਜਿਸ ਦਾ ਜ਼ਿਕਰ ਸੈਨਾਪਤ ਜੀ ਨੇ ਕੀਤਾ ਏ। ਪ੍ਰਗਟ ਪਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੇ ਢਾਪੀ ਚਾਦਰ। ਸਤਿਗੁਰੂ ਪਾਤਸ਼ਾਹ ਨੇ ਆਪਣੇ ਤਨ ਦੀ ਚਾਦਰ ਬਣਾ ਕੇ ਸਾਰੀ ਸ੍ਰਿਸ਼ਟੀ ਦੀ ਪੱਤ ਢੱਕ ਲਈ ਹੈ। ਸਤਿਗੁਰੂ ਪਾਤਸ਼ਾਹ ਦੇ ਏਡੇ ਵੱਡੇ ਪਰ ਉਪਕਾਰ ਆਪਾਂ ਕਿਤੇ ਵਿਸਾਰ ਨਾ ਦਈਏ। ਮਹਾਰਾਜ ਦੀ ਇਸ ਵੱਡੀ ਕੁਰਬਾਨੀ ਨੂੰ ਅੱਜ ਚੇਤੇ ਕਰਨ ਦੀ ਲੋੜ ਹੈ। ਕਿਸੇ ਅਦੀਬ ਨੇ ਬੜੇ ਪਿਆਰੇ ਬਚਨ ਲਿਖੇ ਨੇ, ਕਹਿੰਦਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਵੱਡੀ ਕੁਰਬਾਨੀ ਨੂੰ ਕਿਤੇ ਭੁੱਲ ਨਾ ਜਾਇਓ। ਬੁੱਲੇ ਸ਼ਾਹ ਦੀ ਕਲਮ ਦੇ ਵਿੱਚੋਂ ਇੰਜ ਹੋਇਆ ਇਜ਼ਹਾਰ ਨਾ ਹੁੰਦਾ, ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ। ਮੰਦਰਾਂ ਵਿੱਚ ਨਾ ਟੱਲ ਖੜਕਦੇ, ਪੂਜਾ ਲਈ ਕੋਈ ਤਿਆਰ ਨਾ ਹੁੰਦਾ। ਨਾ ਕੋਈ ਰਾਮ ਉਪਾਸ਼ਕ ਹੁੰਦਾ, ਜਪਦਾ ਕੋਈ ਮੁਰਾਰ ਨਾ ਹੁੰਦਾ। ਨਾ ਹੁੰਦੇ ਇੱਥੇ ਜਗਰਾਤੇ, ਮਾਤਾ ਦਾ ਦਰਬਾਰ ਨਾ ਹੁੰਦਾ। ਸੁੰਨਤ ਸਭ ਨੇ ਕੀਤੀ ਹੁੰਦੀ, ਜੰਜੂਆਂ ਦਾ ਗਲ ਹਾਰ ਨਾ ਹੁੰਦਾ। ਤੇਗ ਬਹਾਦਰ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਸੁੰਨਤ ਸਭ ਨੇ ਕੀਤੀ ਹੁੰਦੀ, ਜੰਜੂਆਂ ਦਾ ਗਲ ਹਾਰ ਨਾ ਹੁੰਦਾ। ਤੇਗ ਬਹਾਦਰ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਕੁਰਬਾਨੀ ਨਾ ਦਿੰਦੇ, ਸ੍ਰਿਸ਼ਟੀ ਤੇ ਪਰਉਪਕਾਰ ਨਾ ਕਰਦੇ, ਅੱਜ ਦੁਨੀਆ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਉਸ ਮਹਾਨ ਸਤਿਗੁਰੂ ਜੀ ਦੀਆਂ ਵੱਡੀਆਂ ਕੁਰਬਾਨੀਆਂ ਨੂੰ ਅੱਜ ਚੇਤੇ ਕਰਨ ਦਾ ਦਿਨ ਹੈ ਸਾਧ ਸੰਗਤ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਨੁੱਖਤਾ ਦੇ ਉੱਪਰ ਬਹੁਤ ਵੱਡਾ ਪਰਉਪਕਾਰ ਕੀਤਾ। ਮਨੁੱਖੀ ਹੱਕਾਂ ਦੀ ਖਾਤਰ ਆਪਣੀ ਕੁਰਬਾਨੀ ਦੇ ਕੇ ਇੱਕ ਮਿਸਾਲ ਸੱਚੇ ਪਾਤਸ਼ਾਹ ਨੇ ਪੈਦਾ ਕੀਤੀ। ਤੇ ਜਿਹੜਾ ਸ਼ਬਦ ਆਪਾਂ ਆਰੰਭਤਾ ਵਿੱਚ ਪੜ੍ਹਿਆ ਸੀ, ਆਓ ਸੰਖੇਪ ਅਰਥ ਕਰਕੇ ਮੈਂ ਸਮਾਪਤੀ ਕਰਾਂ। ਆਸਾ ਰਾਗ ਦੇ ਵਿੱਚ ਮਹਾਰਾਜ ਕਹਿੰਦੇ ਨੇ, ਮੈਂ ਆਪਣੇ ਮਨ ਦੀ ਬਿਰਥਾ ਕਿਹਦੇ ਅੱਗੇ ਸਾਂਝੀ ਕਰਾਂ। ਬਿਰਥਾ ਕਹੋ ਕੌਣ ਸਿਓ ਮਨ ਕੀ,
ਲੋਭ ਗ੍ਰਸਿਓ ਦਸਹੂ ਦਿਸ਼ ਧਾਵਤ ਆਸਾ ਲਾਗਿਓ ਧਨ ਕੀ। ਕਹਿੰਦੇ ਧਨ ਦੀ ਆਸ ਲਾ ਕੇ ਮੇਰਾ ਮਨ ਜਿਹੜਾ ਏ ਉਹ ਦੌੜਿਆ ਭੱਜਿਆ ਫਿਰਦਾ ਹੈ। ਸੁਖ ਕੈ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ। ਕਹਿੰਦੇ ਸੁੱਖਾਂ ਦੀ ਖਾਤਰ ਬਹੁਤੇ ਦੁੱਖ ਸਹੇੜ ਰਿਹਾ ਏ ਤੇ ਜਣੇ ਖਣੇ ਦੀ ਜਾ ਕੇ ਜੀ ਹਜ਼ੂਰੀ ਚਾਕਰੀ ਕਰਦਾ ਫਿਰਦਾ ਏ। ਦੁਆਰੇ ਦੁਆਰ ਸਵਾਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ। ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਕੇ ਅਵਾਰਾ ਕੁੱਤੇ ਦੀ ਤਰ੍ਹਾਂ ਦਰ ਦਰ ਤੇ ਭਟਕਦਾ ਫਿਰਦਾ ਏ। ਮਾਨਸ ਜਨਮ ਅਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ। ਕਹਿੰਦੇ ਮਨੁੱਖਾ ਜ਼ਿੰਦਗੀ ਨੂੰ ਅਜਾਈਂ ਗਵਾ ਰਿਹਾ ਹੈ। ਕਹਿੰਦੇ ਲੋਕ ਇਹਦੇ ਤੇ ਹੱਸਦੇ ਨੇ ਪਰ ਇਹ ਪਰਵਾਹ ਨਹੀਂ ਕਰ ਰਿਹਾ। ਇਹੋ ਜਿਹੇ ਕਰਮ ਕਰ ਰਿਹਾ ਏ, ਲੋਕ ਹੱਸ ਰਹੇ ਨੇ ਪਰ ਪਰਵਾਹ ਨਹੀਂ ਕਰਦਾ। ਕਹਿੰਦੇ ਇਸ ਨੂੰ ਕਿਤੇ ਸਮਝ ਪੈ ਜਾਏ, ਸੋਝੀ ਪੈ ਜਾਏ, ਇਹ ਅਕਲ ਆ ਜਾਏ, ਪਤਾ ਲੱਗ ਜਾਏ ਕਿ ਮਨੁੱਖਾ ਜਨਮ ਬੜਾ ਕੀਮਤੀ ਹੈ। ਕਹਿੰਦੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਕੇ ਜੀਵਨ ਸਵਰ ਜਾਏਗਾ। ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਤ ਬਿਨਾਸੇ ਤਨ ਕੀ। ਕਹਿੰਦੇ ਰੱਬ ਦੀ ਬੰਦਗੀ ਵਿੱਚ ਕਿਉਂ ਨਹੀਂ ਜੁੜਦਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਕਹਿੰਦੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ ਕੇ ਇਹ ਜੀਵਨ ਸਵਾਰ ਲੈ, ਕਿਉਂਕਿ ਜੀਵਨ ਵਾਰ-ਵਾਰ ਨਹੀਂ ਮਿਲਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਨੁੱਖਾ ਜ਼ਿੰਦਗੀ ਨੂੰ ਸਵਾਰਨ ਦੇ ਲਈ ਸਾਡੇ ਤੇ ਬਹੁਤ ਵੱਡਾ ਤਰਸ ਕਰਕੇ ਸਤਿਗੁਰੂ ਪਾਤਸ਼ਾਹ ਨੇ 57 ਸ਼ਬਦ ਜਿਹੜੇ ਨੇ, 59 ਸ਼ਲੋਕ ਜਿਹੜੇ ਨੇ 15 ਰਾਗਾਂ ਵਿੱਚ ਹਜ਼ੂਰ ਨੇ ਉਚਾਰਨ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਉਸ ਮਹਾਨ ਸਤਿਗੁਰੂ ਜੀ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਮਨੁੱਖਤਾ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਬਾਣੀ ਰਚ ਕੇ ਸਾਨੂੰ ਜੀਵਨ ਦੀ ਅਗਵਾਈ ਪ੍ਰਦਾਨ ਕੀਤੀ। ਅੱਜ ਮਹਾਨ ਸਤਿਗੁਰਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ। ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਤਿਗੁਰਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ।